आई एम वेरी थैंकफुल कि तुसी आके इत्थे स्कूल दी जिहड़ी कवरेज कीती है और उम्मीद करदी हां कि अगे भी तुसी आंदे रहो। तो थैंक यू साडे वल्लों साडे चैनल वल्लों भी तुहानू भी बहुत बहुत मुबारकां ते तुहाडे स्कूल नूं भी तुहाडे टीचर नूं भी जो कि फर्स्ट सैकंड आए हैं। थैंक यू जी, थैंक यू। कोई कुछ नहीं, चल आ सर ने अपन सामने आए, चल फटाफट सारे कागज चुक लिए। कोई और एकदम लफाफे भी चाहिए, चल चल आलो पर मेरे में गल कर सफाई करनी जरूरी है। चल लफाफे ना आखिरी उधर तुझे भी ऐसा अंदर चले जाने है ना, तुझे करना की मतलब वो ये गर्म हो जानी है ना, सारे बच्चे के बड़े नहीं खाए फिर भी सफाई है ना। जे लफाफे है अपने बातों में कितना दूर करते हैं, गंदी हवा पैदा करते हैं। ये लफाफे कारण भी नहीं होने चाहिए, पेट में नहीं होने चाहिए, पूरे नहीं होने चाहिए। अपने समाज अपने लोगों से डंगरा को हानिकारक है। तो पता है डंगर खा के कितने मार सकते हैं लफाफे, ये कितने डंगर को नुकसान होता है ना। मैं अरे मानते भी पता लग गया समझ आई ना दूसरी और तो फिर पेड़ का घेरा पूरा मारते हो ध्यान रखें तो ये लफाफे उसमें ना मत करो। यानी बतो आप काम करने की चीजें बनाओ सारा ना उसको तो ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਪਲਾਸਟਿਕ ਹੈ ਜਿਹੜਾ ਲਿਫਾਫਾ ਹੈ ਉਹਦੇ ਪੂਰੇ ਤੌਰ ਤੇ ਵਰਤੋਂ ਬੰਦ ਕਰਨੇ ਦੀ ਕਿੰਨੀ ਬਣਾਈ ਜਾਵੇ। ਬਹੁਤ ਬਹੁਤ ਧੰਨਵਾਦ ਜੀ। और एक बच्चे आपके ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਸਵਾਗਤ ਹੈ ਜੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਜਿੱਥੇ ਕਿ ਟੀਚਰ ਫੈਸਟ ਚੱਲ ਰਿਹਾ ਹੈ। ਸੋ ਇੱਥੇ ਜੋ ਟੀਚਰ ਨੇ ਉਹ ਆਪੋ ਆਪਣੇ ਮਾਡਲ ਬਣਾ ਕੇ ਲਿਆਏ ਨੇ, ਵੱਖ-ਵੱਖ ਸਕੂਲਾਂ ਤੋਂ ਆਏ ਨੇ ਤੇ ਇਹ ਜਾਣਕਾਰੀ ਤੁਹਾਨੂੰ ਦਿਖਾਉਂਦੇ ਆ, ਮਾਡਲ ਵੀ ਦਿਖਾਉਂਦੇ ਆ, ਟੀਚਰ ਤੋਂ ਜਾਣਕਾਰੀ ਵੀ ਲੈਂਦੇ ਆ ਅਤੇ ਜੋ ਜੱਜਸ ਨੇ ਉਹਨਾਂ ਤੋਂ ਵੀ ਪੁੱਛਦੇ ਆ ਕਿ ਕੀ ਇਸ ਦਾ ਰਿਜ਼ਲਟ ਹੈ। ਤੇ ਆਓ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ। ਜਿਹੜੇ ਛੋਟੇ ਛੋਟੇ ਗੀਟੇ ਬਣਾਏ ਜਾਂਦੇ ਨੇ ਪੱਥਰਾਂ ਦੇ, ਉਹਨਾਂ ਨਾਲ ਇਹ ਖੇਡ ਖੇਡੀ ਜਾਂਦੀ ਹੈ। ਸਾਰਿਆਂ ਨਾਲੋਂ ਪਹਿਲਾਂ ਇੱਕ ਗੀਟਾ ਜਿਹੜਾ ਚੱਕਿਆ ਜਾਂਦਾ, ਇਹ ਤੇ ਮੇਨ ਹੱਥਾਂ ਦੀ ਐਕਸਰਸਾਈਜ਼ ਹੈ ਤੇ ਨਾਲ ਕੰਸਨਟ੍ਰੇਸ਼ਨ ਆ, ਧਿਆਨ ਇੱਧਰ ਉੱਧਰ ਹੋਊ ਤਾਂ ਗੇਮ ਚੋਂ ਆਊਟ। ਪਹਿਲਾਂ ਇੱਕ ਚੱਕਿਆ ਜਾਂਦਾ, ਫਿਰ ਦੋ ਹੱਥ ਇੱਕ ਨਹੀਂ ਵਰਤਦੇ ਹੱਥ ਇੱਕ ਵਰਤ ਜਾਂਦੀ ਹੈ, ਇਹਦੇ ਵਿੱਚ ਪਕੜ ਲੈਂਦੇ ਆ। ਇਸ ਤੋਂ ਬਾਅਦ ਜਦੋਂ ਵੀ ਉਹਦਾ ਡਿੱਗ ਜਾਂਦਾ ਤਾਂ ਆਊਟ ਹੋ ਜਾਂਦੀ ਹੈ ਤੇ ਦੂਜੀ ਕੁੜੀ ਨੂੰ ਉਹਦੀ ਬਾਤ ਕੋਟਲਾ ਚੁਪਾਤੀ ਆ। ਛੋਟੇ ਬੱਚਿਆਂ ਦੀ ਖੇਡ ਆ, ਮੁੰਡੇ ਕੁੜੀਆਂ ਦੀ ਖੇਡ ਆ। ਇਹਦੇ ਸਾਰਿਆਂ ਨੂੰ ਪਹਿਲਾਂ ਇਹ ਕੋਟਲਾ ਬਣਾਇਆ ਜਾਂਦਾ ਕਿਸੇ ਕੱਪੜੇ ਨੂੰ ਵੱਟ ਦੇ ਕੇ, ਫਿਰ ਸਾਰੇ ਬੱਚੇ ਨੇ ਜਿਹੜੇ ਅੰਦਰ ਗੋਲ ਚੱਕਰ ਦੇ ਵਿੱਚ ਬੈਠ ਜਾਂਦੇ ਨੇ ਤੇ ਫਿਰ ਉਹ ਧਰਤੀ ਵੱਲ ਕਰ ਲੈਂਦੇ ਨੇ। ਜਿਹੜਾ ਬੱਚਾ ਦਾਈ ਜਾਂ ਬਾਰੀ ਦਿੰਦਾ ਤੇ ਉਹ ਇਹ ਕੋਟਲਾ ਚੱਕ ਕੇ ਚੱਕਰ ਲਗਾਉਂਦਾ ਤੇ ਘੁੰਮ ਕੇ ਇੱਕ ਬੱਚੇ ਦੇ ਪਿੱਛੇ ਰੱਖ ਦਿੰਦਾ ਤੇ ਨਾਲ ਇਹ ਗੀਤ ਵੀ ਗਾਉਂਦਾ। ਜਿਹੜੇ ਸਾਡੇ ਸੱਭਿਆਚਾਰ ਦਾ ਇਹ ਵੀ ਬਹੁਤ ਵੱਡਾ ਗੁਣ ਆ ਕਿ ਖੇਡਾਂ ਦੇ ਨਾਲ ਸਾਡੇ ਵਿੱਚ ਗੀਤਾਂ ਦਾ, ਆਪਣੇ ਮਨੋਰੰਜਨ ਕਰਨ ਦਾ ਵੀ ਸ਼ੌਕ ਨਾਲ ਹੀ ਪੈਦਾ ਹੁੰਦਾ। ਕਿੱਕਲੀ ਵੀ ਜਦੋਂ ਕੁੜੀਆਂ ਨੇ, ਮੁਟਿਆਰਾਂ ਦੀ ਖੇਡ ਆ। ਮੁਟਿਆਰਾਂ ਜਦੋਂ ਜਵਾਨ ਹੁੰਦੀਆਂ ਨੇ, ਜ਼ਿਆਦਾਤਰ ਵੱਡੀਆਂ ਦੀ ਖੇਡ ਆ ਇਹ, ਤੇ ਉਹ ਕਿੱਕਲੀ ਦੋਨੇ ਹੱਥਾਂ ਨੂੰ ਕ੍ਰੋਸ ਕਰਕੇ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਨੇ ਤੇ ਨਾਲ ਇਹਦੇ ਵਿੱਚ ਵੀ ਗੀਤ ਗਾਇਆ ਜਾਂਦਾ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੀ ਭਾਗੋ ਦਾ, ਫਿੱਟੇ ਨੂੰ ਜਮਾਈ ਦਾ। ਨਾਲ ਉਹ ਸਰੀਰਕ ਕਸਰਤ ਨਾਲ ਦੋਨੋਂ ਖੇਡਦੇ ਨੇ, ਛੋਟੇ ਬੱਚੇ ਵੀ ਖੇਡਦੇ ਨੇ। ਇਹਦੇ ਵਿੱਚ ਰੱਸੀ ਫੜ ਕੇ ਉਹਨੂੰ ਪੂਰਾ ਆਪਣੇ ਸਰੀਰ ਤੋਂ ਘੁਮਾਇਆ ਜਾਂਦਾ। ਇਹ ਵੀ ਇੱਕ ਸਰੀਰਕ ਚੰਗੀ ਕਸਰਤ ਆ ਤੇ ਇਸ ਦੇ ਨਾਲ ਵੀ ਜਿਹੜਾ ਸਾਡੀ ਮਾਨਸਿਕ ਕੰਸਨਟ੍ਰੇਸ਼ਨ ਵੀ ਬਣਦੀ ਆ। ਜਦੋਂ ਕੋਈ ਵੀ ਰੱਸੀ ਪੈਰ ਜਾਂ ਕਿਸੇ ਅੰਗ ਨਾਲ ਛੂਵੇ ਤਾਂ ਉਹ ਆਊਟ ਹੋ ਜਾਂਦਾ ਤੇ ਦੂਜੇ ਖਿਡਾਰੀ ਨੂੰ ਜਿਹੜਾ ਮੌਕਾ ਮਿਲਦਾ। ਕੱਪੜੇ ਆਮ ਕਰਕੇ ਜੈਂਟਸ ਦੇ ਜਿਹੜੇ ਕੱਪੜੇ ਆ ਇਹ 36 ਸਾਈਜ਼ ਤੋਂ ਲੈ ਕੇ 40 ਸਾਈਜ਼ ਤੱਕ ਪਾਏ ਜਾਂਦੇ। ਇਹਨਾਂ ਦੇ ਵਿੱਚ ਹਾਫ ਸਲੀਵ ਸਵੈਟਰ ਹੈ, ਇਹ ਦੋ ਕਲਰ ਦੇ ਵਿੱਚ ਹੈ, ਯੈਲੋ ਐਂਡ ਡਾਰਕ ਗ੍ਰੇ। ਅੱਜ ਕੱਲ੍ਹ ਨਵਾਂ ਟ੍ਰੈਂਡ ਚੱਲਿਆ ਹੈਗਾ ਜਿਸ ਦੇ ਵਿੱਚ ਹਾਫ ਪਲੇਨ, ਹਾਫ ਵਾਈਟ ਤੇ ਹਾਫ ਡਿਜ਼ਾਈਨ, ਤੇ ਜਿਸ ਦੇ ਵਿੱਚ ਇੱਕ ਛੋਟੀ ਹੈਗੀ ਹੈ 36 ਸਾਈਜ਼ ਦੀ ਹੈ, ਇਹ ਤਿਆਰ ਕੀਤੀ ਹੈ। ਇਹ ਸਾਰੇ ਜਿਹੜੇ ਕੱਪੜੇ ਨੇ ਇਹ ਜੈਂਟਸ ਦੇ ਪਾਉਣ ਦੇ, ਆਦਮੀਆਂ ਦੇ ਪਾਉਣ ਵਾਲੇ, ਜਿਹੜੇ ਆਮ ਕਰਕੇ ਮਾਰਕੀਟ ਦੇ ਵਿੱਚ ਬੜੇ ਆਸਾਨੀ ਦੇ ਨਾਲ ਜਿਹਨਾਂ ਨੂੰ ਅਸੀਂ ਬਹੁਤ ਬਖੂਬੀ सर्दियों ਦੇ ਵਿੱਚ और गर्मियों ਦੇ ਵਿੱਚ ਵੀ ਕਦਾ ਪਾਉਂਦੇ। ये बेटी है, पहाड़ है, ये हमारा हिमालय पर्वत है जो जम्मू कश्मीर से लेकर सारा नेपाल और यहाँ तक हमारी जो 7 सिस्टर है यहाँ तक पहुँचा हुआ है। फिर अगला है हम सागर की गहराई। तो बच्चों को मैं इस मॉडल के माध्यम से ये बताऊंगी कि दक्षिण दिशा में हमारा सागर है और कुछ बच्चे सागर से, मतलब अलग अलग राज्यों से बच्चे, अलग अलग संस्कृतियों से, अलग अलग भाषाओं से, अलग अलग रहन सहन के लोग, जितने भी बच्चे हैं वे हमारे देश की एकता और अखंडता का संदेश दे रहे हैं।
घरे बैठ के कंपनी कस्टमर का बिजनेस सीधा कर रही है। बिजनेस खत्म हो गया, डायरेक्ट बिजनेस टू कस्टमर, एक ओनर का कस्टमर नाल सीधा लिंक हो गया SPR। जिस तरह कि आप देखिए कोरोना के ड्यूरिंग वैन ਜਿਹੜੇ कि साडे दूसरे बिजनेस बंद हो गए सीगे, बिजनेस टू कंज्यूमर ਜਿਹੜਾ कि ऑनलाइन बिजनेस हैगे है, दीज हेल्प अ लॉट। मान लो कोई चीज मैं सेल करनी है, मैं OLX से पाती, मेरा डायरेक्ट संपर्क कंज्यूमर नाल कस्टमर नाल, मैं भी कस्टमर वो भी कस्टमर, विचों विचोले निकल गए, दो साडे डील होगी, सारी आपसी होगी। अन्ना मतलब कि कस्टमर की डीलिंग होगी, नो कमीशन विल बी देयर। ਉਹਦੇ ਨਾਲ ਕੀ ਹੈ कि ਉਹਨਾਂ ਨੂੰ ਘੱਟ ਪ੍ਰਾਈਸ 'ਚ ਅੱਛੀਆਂ ਚੀਜ਼ਾਂ ਮਿਲ ਜਾਂਦੀਆਂ। रविंद्रनाथ टैगोर जी ने इसको लिखा और इसको गाने में राष्ट्रीय नदी गंगा यह हमारी पवित्र नदी है और यह हमारी सबसे लंबी नदी है और कई हिंदुओं के अनुष्ठान इस नदी के ऊपर किए जाते हैं, उसके साथ यह संबंधित है। राष्ट्रीय पर्व हमारा स्वतंत्रता दिवस जो कि 15 अगस्त को मनाया जाता है, गणतंत्रता दिवस 26 जनवरी को और गांधी जयंती 2 अक्टूबर को मनाई जाती है। राष्ट्रीय भाषा हमारी हिंदी है, आज हमारा हिंदी दिवस भी है और यह हमारी राष्ट्रीय भाषा है। इसको 1949 ईस्वी में राष्ट्रीय भाषा की मान्यता मिली क्योंकि यह सबसे ज्यादा राज्यों में बोली जाती है और 1953 में 14 सितंबर को हिंदी दिवस के रूप में सारे देश को मनाने के लिए प्रेरित किया गया। लेके जा रही हूँ उस जादू की दुनिया का अनुभव मुझे बचपन में हुआ था और उस जादू का बढ़ता बढ़ता आज भी मुझ पर असर है। उस जादू की चाबी मुझे मिली है, उससे मैं आज ये जादुई दुनिया का दरवाजा खोलने जा रही हूँ। ये खुल गया हमारी जादुई दुनिया का दरवाजा। अब इसमें प्रवेश करने से जादू जैसा क्या है? ये जादू है भाषा का। मनुष्य ने रोटी कपड़ा मकान की खोज के बाद उसे जरूरत पड़ी भाषा। भाषा के लिए हम पहले जाने कि भाषा क्या है। भाषा मनुष्य के मन में जो भी विचार आते हैं या तो वो उसको बोलकर प्रकट करता है या लिखकर। मौखिक भाषा की सबसे छोटी इकाई ध्वनि और लिखित भाषा की वर्ड, जिस तरह से हम देख ही रहे हैं। हम बच्चों को ये सिखाएंगे कि उपसर्ग यानी कि आगे वर्णों को लगा के या शब्दों को लगा के हम नए अर्थ बना सकते हैं, जैसे अधर, अटल, अज्ञान। इसी तरह से लापता, लापरवाह, लाजवाब। धरती को हम पृथ्वी भी कहते हैं, पृथ्वी। आसमान, आकाश। हंसना, रोना, हंसना, रोना। बाहर, अंदर। शायद अंतिम श्वास तक हम भाषा का ज्ञान लेते रहेंगे क्योंकि पूर्णतः भाषा का ज्ञान सभी को नहीं मिलता। धन्यवाद। डेजिग्नेशन किया तो की प्रोग्राम लिखा गया? सर मैं वंदना पुरी जो कि प्रिंसीपल हैगी हाँ मुंडो संगतियां सरकारी सीनियर सैकेंडरी स्कूल दी। मैनू कुराली का ब्लॉक नोडल ऑफिसर नियुक्त किया गया है ते अज वो साडी देख रेख दे विच असी 3 दिनों लिए टीचर फेस्ट का आयोजन किया है साडी सरकार वालों। यह हरेक जिले दे विच इहदा आयोजन चल रहा है इस वक्त और जिले दे हरेक ब्लॉक दे विच ਜਿਹੜਾ ਹੈਗਾ ਇਹਦਾ ਚੱਲਦਾ ਹੈ। ਸਾਡੇ ਇੱਥੇ ਮੋਹਾਲੀ ਜ਼ਿਲ੍ਹੇ ਦੇ ਟੋਟਲ 8 ਬਲਾਕ ਹੈਗੇ ਹੈ ਤੇ ਹਰੇਕ ਬਲਾਕ ਦੇ ਵਿੱਚ ਹਰੇਕ ਬਲਾਕ ਨੋਡਲ ਆਫਿਸਰ ਦੇ ਅੰਡਰ ਇਹ ਟੀਚਰ ਫੈਸਟ 3-3 ਦਿਨਾਂ ਲਈ ਅਸੀਂ ਕਰਵਾ ਰਹੇ ਹਾਂ। ਇਹਦੇ ਵਿੱਚ ਸਾਡੇ ਟੋਟਲ 10 ਸਬਜੈਕਟਸ ਦੇ ਟੀਚਰ ਜਿਹੜੇ ਹੈ ਉਹ ਪਾਰਟਿਸਿਪੇਟ ਕਰ ਰਹੇ ਹੈ। ਵਿੱਚ ਸਾਡੇ 9 ਜਿਹੜੇ ਹੈਗੇ ਉਹ ਮੇਨ ਸਬਜੈਕਟ ਹੈ ਔਰ 10ਵੇਂ ਨੰਬਰ ਤੇ ਅਸੀਂ ਐਨੀ ਅਦਰ ਜਿਹਦੇ ਵਿੱਚ ਸਾਡੇ ਸਾਰੇ ਵੋਕੇਸ਼ਨਲ ਜਿਹੜੇ ਲੈਕਚਰਰ ਹੈ ਉਹ ਆ ਜਾਂਦੇ ਹੈ, ਕਾਮਰਸ ਦੇ ਆ ਜਾਂਦੇ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਮੇਨ 9 ਸਬਜੈਕਟ ਹੈਗੇ ਆ ਉਹ 9 ਸਬਜੈਕਟ ਜਿਹੜੇ ਅਸੀਂ 10th ਤੱਕ ਪੜ੍ਹਾਉਂਦੇ ਆ ਉਹ ਸਾਰੇ ਸਬਜੈਕਟ ਤੇ ਪਲੱਸ ਇੱਕ ਐਨੀ ਅਦਰ 10 ਸਬਜੈਕਟਸ ਦੇ ਵਿੱਚ ਇਹ ਟੀਚਰ ਫੈਸਟ ਹੋ ਰਿਹਾ ਹੈ। ਟੀਚਰਸ ਵੱਲੋਂ ਪਹਿਲਾਂ ਅਸੀਂ 12 ਤਰੀਕ ਤੱਕ ਰਜਿਸਟ੍ਰੇਸ਼ਨ ਲਈ ਸੀ, ਟੀਚਰਾਂ ਨੇ ਆਨਲਾਈਨ ਸਾਨੂੰ ਅਪਲਾਈ ਕੀਤਾ ਸੀ ਔਰ ਫਿਰ ਅਸੀਂ ਬਲਾਕ ਵਾਈਜ਼ ਉਹਦੀ ਕੰਪਾਈਲੇਸ਼ਨ ਕੀਤੀ ਹੈ। ਮੇਰੇ ਬਲਾਕ 'ਚ ਟੋਟਲ 34 ਜਿਹੜੇ ਟੀਚਰ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ और असी फिर वो 34 टीचर्स की गिनती के हिसाब नाल किन्ने साइंस है किन्ने मैथ है असी डे वाइज 3 दिनों च उन्होंने डिवाइड कर लिया। असी पहले दिन मेरे ब्लॉक कुराली दे विच पहले दिन साइंस एंड मैथ का टीचर फेस्ट होया सी और साइंस एंड मैथ दे विच साडा जिहड़ा रिजल्ट असी अलग अलग दिन अलग अलग जजिस नूं नियुक्त किया है और अलग अलग जजिस जिहड़े आ उन्हां विच साडे बीएन
ਮੌਜੂਦ ਹੁੰਦੇ ਹੈ, ਸਾਡੇ ਲੈਕਚਰਰ ਜਿਹੜੇ ਕਿ ਸਬਜੈਕਟ ਐਕਸਪਰਟ ਹੈ, ਔਰ ਸਾਡੇ ਕੋਈ ਨਾ ਕੋਈ ਪ੍ਰਿੰਸੀਪਲ। 3 ਮੈਂਬਰਸ ਦੀ ਅਸੀਂ ਟੀਮ ਬਣਾਈ ਹੈ ਆਪਣੇ ਬਲਾਕ 'ਚ, ਜਿਨ੍ਹਾਂ ਨੇ ਇਹ ਜਜਮੈਂਟ ਕੀਤੀ ਹੈ, ਔਰ ਰੋਜ਼ ਨਵੀਂ ਜਿਹੜੀ ਟੀਮ ਹੈ ਉਹ ਆਉਂਦੀ ਹੈ ਅਲੱਗ-ਅਲੱਗ ਸਬਜੈਕਟਸ ਦੇ ਹਿਸਾਬ ਨਾਲ। ਔਰ ਪਹਿਲੇ ਦਿਨ ਸਾਇੰਸ ਮੈਥ ਦਾ ਹੋਇਆ ਸੀ, ਅਸੀਂ ਸਾਇੰਸ 'ਚੋਂ ਫਸਟ ਸੈਕਿੰਡ ਥਰਡ ਕੱਢੇ ਔਰ ਮੈਥ 'ਚੋਂ ਵੀ ਫਸਟ ਸੈਕਿੰਡ ਥਰਡ ਕੱਢੇ। ਸਾਡੇ ਸਾਇੰਸ ਦੇ ਵਿੱਚੋਂ ਫਸਟ ਪੋਜੀਸ਼ਨ ਜਿਹੜੀ ਹੈ ਉਹ ਸਾਡੇ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਨੇ ਲਿੱਤੀ ਹੈ, ਔਰ ਸੁਧਾ ਮੈਡਮ ਜਿਹੜੇ ਆ ਉਹ ਸਾਇੰਸ ਵਿੱਚੋਂ ਫਸਟ ਆਏ। ਸੈਕਿੰਡ ਪੋਜੀਸ਼ਨ ਜਿਹੜੇ ਆ ਉਹ ਪੂਨਮਜੀਤ ਕੌਰ, ਉਹ ਵੀ ਇਸੇ ਸਕੂਲ ਦੇ, ਜਿਨ੍ਹਾਂ ਨੇ ਸੈਕਿੰਡ ਪੋਜੀਸ਼ਨ ਲਿੱਤੀ। ਐਂਡ ਥਰਡ ਪੋਜੀਸ਼ਨ ਜਿਹੜੇ ਆ ਉਹ ਸਾਡੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੁੰਦੋ ਸੰਗਤੀਆਂ ਦੀ ਮੈਡਮ ਕੰਚਨ ਨੇ ਸਾਇੰਸ ਵਿੱਚ ਲਿੱਤੀ ਹੈ। ਉਸ ਤੋਂ ਬਾਅਦ ਟੋਟਲ ਸਾਇੰਸ ਵਿੱਚ ਸਾਡੇ ਕੋਲ 8 ਪਾਰਟੀਸਪੈਂਟ ਸੀਗੇ। ਉਸ ਤੋਂ ਇਲਾਵਾ ਨਾਲ ਹੀ ਜਜਮੈਂਟ ਸਾਡੀ ਹੋਈ ਸੀ ਮੈਥ ਦੀ। ਮੈਥ 'ਚ ਸਾਡੇ ਟੋਟਲ 5 ਪਾਰਟੀਸਪੈਂਟ ਸੀਗੇ, ਔਰ 5 ਦੇ ਵਿੱਚੋਂ ਫਸਟ ਜਿਹੜੀ ਪੋਜੀਸ਼ਨ ਹੈ ਉਹ ਸਿੰਘਪੁਰਾ ਦੇ ਮੈਡਮ ਰੁਪਿੰਦਰ ਕੌਰ ਜੀ ਲੈ ਕੇ ਗਏ। ਸੈਕਿੰਡ ਪੋਜੀਸ਼ਨ ਜਿਹੜੇ ਹੈ ਉਹ ਰੁਚੀ ਸੂਦ ਇਸੇ ਸਕੂਲ ਦੇ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ, ਔਰ ਥਰਡ ਪੋਜੀਸ਼ਨ ਜਿਹੜੇ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੁੰਦੋ ਸੰਗਤੀਆਂ ਦੇ ਮੈਡਮ ਮਨਮੀਤ ਕੌਰ ਜੀ ਲੈ ਕੇ ਗਏ। ਤੇ ਟੋਟਲ 5 ਵਿੱਚੋਂ ਇਹ 3 ਟੀਚਰ ਜਿਹੜੇ ਟੌਪ ਕੀਤੇ ਸੀਗੇ। ਉਸ ਤੋਂ ਬਾਅਦ ਕੱਲ ਸੈਕਿੰਡ ਡੇ ਸਾਡਾ SST, ਇੰਗਲਿਸ਼ ਐਂਡ ਡਰਾਇੰਗ ਆ 3 ਸਬਜੈਕਟਾਂ ਦੇ ਵਿੱਚ ਕੰਪੀਟੀਸ਼ਨ ਸੀਗਾ, ਔਰ ਅਲੱਗ ਟੀਮ ਆਈ ਸੀ, ਉਹੀ ਸਬਜੈਕਟ ਐਕਸਪਰਟ ਆਏ ਸੀ। SST ਔਰ ਇੰਗਲਿਸ਼ ਦੋਨਾਂ ਵਿੱਚੋਂ ਸਾਡੇ ਬਲਾਕ 'ਚੋਂ 4 ਟੀਚਰਸ ਨੇ ਪਾਰਟਿਸਿਪੇਟ ਕੀਤਾ ਸੀ, ਔਰ ਇਹਨਾਂ ਵਿੱਚੋਂ ਜਿਹੜੇ ਫਸਟ 3 ਪੋਜੀਸ਼ਨਾਂ ਜਿਹੜੀਆਂ ਇੰਗਲਿਸ਼ ਦੇ ਵਿੱਚੋਂ ਸਾਡੇ ਸੋਸ਼ਲ ਸਟੱਡੀ ਦੇ ਵਿੱਚੋਂ ਸਾਡੀਆਂ ਫਸਟ 3 ਪੋਜੀਸ਼ਨਾਂ ਜਿਹੜੀਆਂ ਉਹ ਫਸਟ ਪੋਜੀਸ਼ਨ ਸਾਡੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਇਹੀ ਕੁਰਾਲੀ ਗਰਲਸ ਦੀ ਜਸਵੀਰ ਮੈਡਮ ਆਏ। ਸੈਕਿੰਡ ਪੋਜੀਸ਼ਨ ਜਿਹੜੇ ਆ ਉਹ ਮੁੰਦੋ ਸੰਗਤੀਆਂ ਦੇ ਜਤਿੰਦਰ ਮੈਡਮ ਲੈ ਕੇ ਗਏ, ਔਰ ਥਰਡ ਪੋਜੀਸ਼ਨ ਜਿਹੜੇ ਆ ਉਹ ਵੀ ਕੁਰਾਲੀ ਗਰਲਸ ਦੀ ਹੀ ਰੁਪਿੰਦਰਜੀਤ ਸਿੰਘ ਜੀ ਜਿਹੜੇ ਕਿ ਲੈਕਚਰਰ ਇਕਨੋਮਿਕਸ ਸੀਗੇ ਉਹ ਲੈ ਕੇ ਗਏ। ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਵੀ ਸਾਡੇ ਟੋਟਲ 4 ਪਾਰਟਿਸਪੈਂਟ ਸੀਗੇ, ਔਰ 4 ਦੇ ਵਿੱਚੋਂ ਫਸਟ ਪੋਜੀਸ਼ਨ ਜਿਹੜੀ ਹੈ ਉਹ ਸਾਡੇ ਕੁਰਾਲੀ ਗਰਲਸ ਸਕੂਲ ਦੇ ਹੀ ਗੁਰਿੰਦਰ ਕੌਰ ਮੈਡਮ ਲੈ ਕੇ ਗਏ, ਜਿਹੜੇ ਕਿ ਲੈਕਚਰਰ ਇੰਗਲਿਸ਼ ਹੈਗੇ ਆ, ਔਰ ਸੈਕਿੰਡ ਪੋਜੀਸ਼ਨ ਰਾਜਵਿੰਦਰ ਮੈਡਮ ਲੈ ਕੇ ਗਏ, ਜਿਹੜੇ ਕਿ ਫਤਿਹਗੜ੍ਹ ਮਿਡਲ ਸਕੂਲ ਦੇ ਮੈਡਮ ਹੈਗੇ, ਔਰ ਥਰਡ ਪੋਜੀਸ਼ਨ ਅੰਜੂ ਬਾਲਾ ਫਾਂਟਵਾ ਦੇ ਮੈਡਮ ਹੈਗੇ, ਉਹਨਾਂ ਦੀ ਥਰਡ ਪੋਜੀਸ਼ਨ ਆਈ ਹੈ ਇੰਗਲਿਸ਼ 'ਚ ਸਾਡੇ। ਔਰ ਆਰਟ ਐਂਡ ਕਰਾਫਟ 'ਚ ਸਾਡੇ ਬਲਾਕ ਦੇ ਵਿੱਚ ਟੀਚਰ ਬਹੁਤ ਹੀ ਘੱਟ ਹੈ, ਤਕਰੀਬਨ ਪੋਸਟ ਖਾਲੀ ਹੈਗੀਆਂ, ਰਿਟਾਇਰਮੈਂਟ ਤੋਂ ਬਾਅਦ ਬਹੁਤ ਜ਼ਿਆਦਾ ਫਿਲ ਨਹੀਂ ਹੋਈਆਂ ਰਿਟਾਇਰਮੈਂਟ, ਇਸ ਲਈ ਸਾਡੇ ਕੋਲ ਟੀਚਰ ਹੀ ਹੈ ਨਹੀਂ, ਬਹੁਤ ਹੈ ਨਹੀਂ। ਪਾਰਟਿਸਪੈਂਟ ਇੱਕੋ ਹੀ ਸੀਗੇ, ਇੱਕੋ ਹੀ ਸੀ, ਉਹ ਵੀ ਐਸੇ ਕੁਰਾਲੀ ਸਕੂਲ ਦੇ ਸੀਗੇ, ਔਰ ਉਹੀ ਫਸਟ ਆਏ ਹੈ। ਐਂਡ ਬਹੁਤ ਵਧੀਆ ਉਹਨਾਂ ਦੀ ਪ੍ਰੈਜੈਂਟੇਸ਼ਨ। ਪੰਜਾਬੀ ਦਾ ਕੀ ਰਿਹਾ ਜੀ? ਪੰਜਾਬੀ ਦਾ ਅੱਜ ਹੋ ਰਿਹਾ ਥਰਡ ਡੇ। ਅੱਜ ਸਾਡਾ ਪੰਜਾਬੀ, ਹਿੰਦੀ ਔਰ ਆਪਣਾ ਵੋਕੇਸ਼ਨਲ ਜਿਹੜਾ ਅਸੀਂ ਐਨੀ ਅਦਰ 'ਚ ਕਰਦੇ ਪਏ, ਐਂਡ ਕੰਪਿਊਟਰ, ਇਹਨਾਂ ਦੇ 4 ਸਬਜੈਕਟ ਸਾਡੇ ਅੱਜ ਕਵਰ ਹੋ ਰਹੇ ਹੈ। ਤੇ ਪੰਜਾਬੀ ਦੇ ਆਈ ਥਿੰਕ ਸਾਡੇ ਕੋਲ 4 ਬੰਦੇ ਹੈਗੇ ਹੈ, ਹੈਂਡ ਰਾਈਟਿੰਗ 'ਚ ਵੀ ਹੈਗੇ ਹੈ, ਔਰ 2 ਜਿਹੜੇ ਹੈਗੇ ਉਹ ਮਾਡਲਸ ਦੇ ਨਾਲ ਵੀ ਆਏ ਹੈ। ਤੇ ਹੁਣ ਦੇਖੋ ਰਿਜ਼ਲਟ ਹਜੇ ਅੱਜ ਆਉਣਾ ਹੈ, ਤੇ ਹੁਣ ਇਹਨਾਂ 4 ਸਬਜੈਕਟਾਂ ਦਾ ਕੀ ਰਿਜ਼ਲਟ ਆਉਂਦਾ ਹੈ। ਟੋਟਲ ਸਾਡੇ ਕੋਲ ਕੁਰਾਲੀ 'ਚ 21 ਸਕੂਲ ਹੈਗੇ ਆ, 21 ਸਕੂਲਾਂ 'ਚੋਂ ਸਾਡੇ 34 ਟੀਚਰਸ ਜਿਹੜੇ ਹੈ ਉਹ ਪਾਰਟਿਸਿਪੇਟ ਕੀਤਾ, ਔਰ ਇਹ 12 ਤਰੀਕ ਤੱਕ ਜਿਹੜੇ ਅਸਲ 'ਚ ਸਰ ਮਿਡਲ ਸਕੂਲ ਜਿਹੜੇ ਹੈ ਨਾ ਉਹ ਜ਼ਿਆਦਾ ਹੈ ਸਾਡੇ ਬਲਾਕ 'ਚ, ਤੇ ਮਿਡਲ ਸਕੂਲ 'ਚ 3 ਤੋਂ 5 ਟੀਚਰ ਹੁੰਦੇ ਆ, ਦੈਟ ਇਜ਼ ਵਾਈ। ਔਰ ਆਈ ਥਿੰਕ ਥੋੜਾ ਇਹ ਵੀ ਹੋ ਸਕਦਾ ਹੈ ਕਿ ਐਗਜ਼ਾਮ ਸ਼ਾਰਟਲੀ ਆ ਰਹੇ ਹੈ, ਤੇ ਟੀਚਰਸ ਦੀ ਥੋੜੀ ਉਹਦੇ ਕਰਕੇ ਵੀ ਸਰ, ਪਰ ਇਹ ਹੈ ਕਿ ਇਹ ਟੀਚਰ ਫੈਸਟ ਨਾ ਇੱਕ ਬਹੁਤ ਵਧੀਆ ਤਰੀਕਾ ਹੈ ਟੀਚਰਸ ਦੀ ਇਨੋਵੇਸ਼ਨ ਨੂੰ ਅੰਦਰ ਬਾਹਰ ਲਿਆਉਣ ਲਈ। ਮੈਂ ਹੈਰਾਨ ਹੈ ਕਿ ਰੀਅਲੀ ਟੀਚਰਸ ਜਿਹੜੇ ਇਹਨਾਂ ਦੀ ਇਨੋਵੇਸ਼ਨਸ ਮੈਂ ਦੇਖੀਆਂ, ਔਰ ਰੀਅਲੀ ਪ੍ਰਾਊਡ ਵੀ ਹੁੰਦਾ ਹੈ ਕਿ ਸਾਡੇ ਕੋਲ ਐਡੇ ਵਧੀਆ ਟੀਚਰ ਹੈਗੇ ਹੈ, ਔਰ ਸਾਡੇ ਸੀਨੀਅਰ ਸੈਕੰਡਰੀ ਸਕੂਲਾਂ ਨੇ ਤਾਂ ਬਹੁਤ ਅੱਛੀ ਪਾਰਟਿਸਿਪੇਸ਼ਨ ਕੀਤੀ ਹੈ। ਮੇਰੇ ਕੋਲ ਹਾਈ ਸਕੂਲ ਇੱਕੋ ਹੀ ਹੈ ਫਾਂਟਵਾ, ਉੱਥੋਂ ਦੀ ਵੀ 2-3 ਟੀਚਰ, ਸਾਡੇ ਕੋਲ 2 ਟੀਚਰ ਆਏ ਹੈ, ਉਹਨਾਂ ਦੇ ਪਾਰਟਿਸਿਪੇਟ ਕਰਨ ਆਏ ਸੀ। ਮਿਡਲ ਸਕੂਲਾਂ ਦੀ ਪਾਰਟਿਸਿਪੇਸ਼ਨ ਜਿਹੜੀ ਉਹ ਘੱਟ ਹੈ, ਉਹ 3-4 ਮਿਡਲ ਸਕੂਲ ਸਾਡੇ ਜ਼ਿਆਦਾ ਐਕਟਿਵਲੀ ਪਾਰਟਿਸਿਪੇਟ ਕਰਦੇ, ਬਾਕੀ ਮਿਡਲ ਸਕੂਲ ਜਿਹੜੇ ਉਹ ਪਾਰਟਿਸਿਪੇਟ ਉਹਨਾਂ ਨੇ ਇੰਨਾ ਨਹੀਂ ਕੀਤਾ। ਲੇਕਿਨ ਮੇਬੀ ਵੀ ਇਸ ਵਾਰੀ ਟੀਚਰ ਫੈਸਟ ਜਿਹੜਾ ਹੈਗਾ ਇੱਕ ਤਾਂ ਬਹੁਤ ਸ਼ਾਰਟ ਨੋਟਿਸ 'ਚ ਹੋਇਆ ਵੀ ਸੀ, ਟੀਚਰਸ ਨੂੰ ਆਈ ਥਿੰਕ 2 ਦਿਨ ਵੀ ਨਹੀਂ ਤਿਆਰ ਕਰਨ ਨੂੰ ਮਿਲੇ, ਫਿਰ ਵੀ ਉਹ ਇੰਨੀ ਅੱਛੀ ਤਿਆਰੀ ਦੇ ਨਾਲ ਸਾਡੇ ਕੋਲ ਆਏ ਹੈ। ਤੇ ਮੇਰਾ ਬਲਾਕ ਵੈਸੇ ਵੀ ਪੂਰੇ ਮੋਹਾਲੀ ਬਲਾਕ 'ਚ ਸਭ ਤੋਂ ਛੋਟਾ ਬਲਾਕ ਹੈ, ਬਾਕੀ ਸਾਰਿਆਂ ਕੋਲ 29-35 ਇੰਨੇ ਸਕੂਲ ਹੈਗੇ ਹੈ, ਤੇ ਉੱਥੇ ਟੀਚਰ ਸੈਟ ਦੇ ਵਿੱਚ 50-50 ਪਾਰਟਿਸਪੈਂਟ ਵੀ ਗਏ ਹੈ। ਆਪਣਾ ਉਸ ਹਿਸਾਬ ਨਾਲ 21 ਸਕੂਲਾਂ 'ਚ 38 ਜਿਹੜੀ ਉਹ ਮਾੜੀ ਨਹੀਂ ਹੈ ਪਾਰਟਿਸਪੇਸ਼ਨ, ਗੁੱਡ ਪਾਰਟਿਸਪੇਸ਼ਨ ਹੈ। ਫਿਰ ਕੁਝ ਟੀਚਰਸ ਨੂੰ ਮੈਨੂੰ ਪਤਾ ਲੱਗਿਆ ਬਾਅਦ 'ਚੋਂ ਵੀ
ਉਹ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ, ਰਜਿਸਟ੍ਰੇਸ਼ਨ ਕਰਨ ਤੋਂ ਖੁੰਝ ਗਏ ਜਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ, ਕਿਉਂਕਿ ਬਾਰ-ਬਾਰ ਇਸ ਚੀਜ਼ ਦਾ ਤਾਂ ਕਿਹਾ ਗਿਆ ਸੀ ਕਿ 9 ਪਹਿਲਾਂ ਤਰੀਕ ਲਾਸਟ ਰੱਖੀ ਸੀ, ਫਿਰ 10 ਰੱਖੀ, ਫਿਰ 12 ਕੀਤੀ ਗਈ ਕਿ ਬਾਰ-ਬਾਰ ਤੁਸੀਂ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰ ਸਕੋ। ਪਰ ਸਟਿਲ ਇਟ ਇਜ਼ ਅ ਗੁੱਡ ਨੰਬਰ ਕਿ ਟੀਚਰਸ ਜਿਹੜੇ ਆ ਉਹਨਾਂ ਦੇ ਵਿੱਚ ਹੈ ਵੀ ਉਤਸ਼ਾਹ ਬਹੁਤ ਹੈ। ਔਰ ਅਸੀਂ ਅੱਜ ਰਿਜ਼ਲਟ ਜਿਹੜਾ ਉਹ 10 ਦੇ 10 ਸਬਜੈਕਟਸ ਦਾ ਆਊਟ ਕਰਾਂਗੇ ਆਪਣੇ ਬਲਾਕ ਦਾ, ਤੇ ਫਿਰ ਇਹ ਪਾਰਟਿਸਪੈਂਟਸ ਨੂੰ ਸਰਟੀਫਿਕੇਟ ਵੀ ਮਿਲਣਗੇ, ਫਸਟ ਸੈਕਿੰਡ ਥਰਡ ਨੂੰ ਟਰੋਫੀਆਂ ਵੀ ਦੇਵਾਂਗੇ। ਫਿਰ ਇਸ ਤੋਂ ਬਾਅਦ ਇਹ ਜ਼ਿਲ੍ਹੇ ਪੱਧਰ ਤੇ ਫਸਟ ਸਾਡਾ ਜਿਹੜਾ ਟੀਚਰ ਹੈ ਫਸਟ ਹਰੇਕ ਸਬਜੈਕਟ ਦਾ ਉਹ ਜ਼ਿਲ੍ਹੇ ਪੱਧਰ ਤੇ ਜਾਏਗਾ। ਸਟੇਟ ਲੈਵਲ ਤੇ ਤਾਂ ਜਦੋਂ ਜਾਣਗੇ ਬਹੁਤ ਅੱਛਾ ਇਹ ਟੀਚਰਸ ਲਈ ਕੈਸ਼ ਪ੍ਰਾਈਜ਼ ਹੈ ਸਰ, ਟੀਚਰ ਫੈਸਟ ਲਈ ਤਾਂ ਕੈਸ਼ ਪ੍ਰਾਈਜ਼ ਹੈ ਔਰ ਇੱਕ ਹੈਂਡਸਮ ਅਮਾਊਂਟ ਇਹਨਾਂ ਨੂੰ ਦਿੱਤਾ ਜਾਏਗਾ। ਔਰ ਜ਼ਿਲ੍ਹੇ ਪੱਧਰ ਤੇ ਵੀ ਕੈਸ਼ ਪ੍ਰਾਈਜ਼ ਹੋਏਗਾ, ਇਹਨਾਂ ਨੂੰ ਸ਼ੀਲਡਾਂ ਵੀ ਵੱਖਰੀਆਂ ਦਿੱਤੀਆਂ ਜਾਂਦੀਆਂ। ਟੀਚਰਸ ਦਾ ਇਸ ਗੱਲੋਂ ਮੈਂ ਸੋਚਦੀ ਹਾਂ ਕਿ ਬਹੁਤ ਅੱਛਾ ਉਹਨਾਂ ਦਾ ਮਾਣ ਹੈਗਾ ਇਹ, ਤੇ ਹਰੇਕ ਟੀਚਰ ਇਹ ਚਾਹੁੰਦਾ ਵੀ ਹੈ। ਔਰ ਸਾਨੂੰ ਆਪਣੇ ਆਪਣੇ ਬਲਾਕ 'ਚੋਂ ਬਹੁਤ ਅੱਛੇ ਟੀਚਰ ਦੇਖਣ ਨੂੰ ਮਿਲ ਜਾਂਦੇ ਇਸ ਬਹਾਨੇ। ਔਰ ਦੂਜੇ ਟੀਚਰਾਂ ਨੂੰ ਮੋਟੀਵੇਟ ਵੀ ਕਰਨਾ ਹੋਵੇ ਤਾਂ ਇਹਨਾਂ ਦੀਆਂ ਜਿੱਦਾਂ ਹੁਣ ਅਸੀਂ ਵੀਡੀਓਜ਼ ਬਣਾਈਆਂ, ਇਹ ਵੀਡੀਓਜ਼ ਵੀ ਅਸੀਂ ਗਰੁੱਪਸ ਦੇ ਵਿੱਚ ਸਰਕੂਲੇਟ ਕਰਦੇ ਹਾਂ, ਇਹਦੇ ਨਾਲ ਵੀ ਟੀਚਰਸ ਬਹੁਤ ਮੋਟੀਵੇਟ ਹੁੰਦੇ। ਕਈ ਚੀਜ਼ਾਂ ਸਾਨੂੰ ਨਵੀਆਂ ਕਿਸ ਤਰ੍ਹਾਂ ਪੜ੍ਹਾਈਆਂ ਜਾ ਇਹ ਸਾਨੂੰ ਪਤਾ ਲੱਗਦਾ। ਸਾਰੇ ਟੀਚਰਸ ਆਏ ਹੋਏ ਨੇ, ਬਹੁਤ ਹੁਮਾ ਕੇ ਟੀਚਰਸ ਭਾਗ ਲੈ ਰਹੇ ਨੇ। ਮੇਰੇ ਆਪਣੇ ਸਕੂਲ ਦੇ ਕਾਫੀ ਟੀਚਰਸ ਨੇ ਭਾਗ ਲਿਆ ਤੇ 2 ਦਿਨ ਦਾ ਰਿਜ਼ਲਟ ਸ਼ਾਇਦ ਤੁਹਾਨੂੰ ਮਿਲ ਚੁੱਕਿਆ ਉਹਨਾਂ ਤੋਂ। ਸਾਨੂੰ ਬੜੀ ਇਹ ਵੀ ਖੁਸ਼ੀ ਹੈ ਕਿ ਤੁਹਾਡੇ ਸਕੂਲ ਦੇ ਵੀ ਕਾਫੀ ਟੀਚਰ ਨੇ ਜੋ ਫਸਟ ਸੈਕਿੰਡ ਆਏ। ਦੱਸਣ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਮੇਰੀ ਬੱਚੀਆਂ ਕੁੜੀਆਂ ਵਿਦਿਆਰਥਣਾਂ ਡਿਸਟ੍ਰਿਕਟ ਵਿੱਚ ਜਾ ਕੇ ਮੱਲਾਂ ਮਾਰਦੀਆਂ, ਸਾਡੀਆਂ ਟੀਚਰਾਂ ਨੇ ਵੀ ਇੱਥੇ ਬਲਾਕ ਲੈਵਲ ਤੇ ਪਹਿਲੇ ਨੰਬਰ ਤੇ ਆ ਕੇ ਮੱਲਾਂ ਮਾਰੀਆਂ ਤੇ ਹੁਣ ਸਾਰੀਆਂ ਡਿਸਟ੍ਰਿਕਟ ਫਾਈਟ ਕਰਨਗੀਆਂ। ਔਰ ਜੇ ਵਾਹਿਗੁਰੂ ਦੀ ਮਿਹਰ ਰਹੀ ਤੇ ਇਹ ਜ਼ਰੂਰ ਅੱਗੇ ਸਟੇਟ ਵਿੱਚ ਜਾ ਕੇ ਪਾਰਟੀਸਪੇਟ ਕਰਨਗੀਆਂ ਔਰ ਜਿੱਤ ਕੇ ਆਉਣਗੀਆਂ। ਸੋ ਅੱਜ ਜੱਜ ਸਾਹਿਬਾਨ ਸਾਡੇ ਕੋਲ ਇੱਥੇ ਗੁਰਸ਼ੇਰ ਸਰ ਜੋ ਕਿ ਪ੍ਰਿੰਸੀਪਲ ਸਿਆਲਬਾ ਨੇ, ਔਰ ਬੜੇ ਵੱਖ-ਵੱਖ ਲੈਕਚਰਰਸ, ਹੈਡ ਮਿਸਟਰਸ, ਹੈਡ ਮਾਸਟਰਸ ਵਧੀਆ ਮਾਜਰੀ ਬਲਾਕ ਤੋਂ ਸਾਡੇ ਕੋਲ ਉਹਨਾਂ ਨੇ ਲਗਾਏ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਸ਼ੈਲਿਟੀ ਜਾਂ ਕੋਈ ਇੱਦਾਂ ਨਾ ਹੋ ਸਕੇ ਵੀ ਇਹ ਕੁਰਾਲੀ ਬਲਾਕ ਵਾਲੇ ਟੀਚਰਸ ਲਾਤੇ ਜਾਂ ਮਾਜਰੀ ਬਲਾਕ ਤੋਂ ਲਾਤੇ, ਤਾਂ ਕਿ ਬਿਲਕੁਲ ਟਰਾਂਸਪੇਰੈਂਟ ਕੰਮ ਹੋਏ ਔਰ ਜਿਹੜਾ ਬਾਕੀ ਡਿਜ਼ਰਵਿੰਗ ਟੀਚਰ ਹੈ ਉਹਨੂੰ ਪੋਜੀਸ਼ਨ ਮਿਲ ਸਕੇ। ਸੋ ਆਈ ਐਮ ਵੈਰੀ ਥੈਂਕਫੁਲ ਕਿ ਤੁਸੀਂ ਆ ਕੇ ਇੱਥੇ ਸਕੂਲ ਦੀ ਜਿਹੜੀ ਕਵਰੇਜ ਕੀਤੀ ਹੈ ਔਰ ਉਮੀਦ ਕਰਦੀ ਹਾਂ ਕਿ ਅੱਗੇ ਵੀ ਤੁਸੀਂ ਆਉਂਦੇ ਰਹੋ। ਸੋ ਥੈਂਕ ਯੂ। ਸਾਡੇ ਵੱਲੋਂ, ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਡੇ ਸਕੂਲ ਨੂੰ ਵੀ, ਤੁਹਾਡੇ ਟੀਚਰਸ ਨੂੰ ਵੀ ਜੋ ਕਿ ਫਸਟ ਸੈਕਿੰਡ ਆਏ ਹੈ। ਥੈਂਕ ਯੂ ਜੀ, ਥੈਂਕ ਯੂ।